ਵਾਹਿਗੁਰੂ। ਜਦੋਂ 2014 ਦੇ ਵਿੱਚ ਗਿਆਨੀ ਜੀ ਦੀ ਡੈਥ ਹੋ ਗਈ ਆ ਤੇ ਫਿਰ ਜਿਵੇਂ ਕਿ ਇੱਕ ਅਕਾਲੀ ਜਿਹੜੀ ਆ ਉਹ ਰਾਤ ਆ ਉਹ ਇੱਕ ਹਿਸਾਬ ਦੀ ਆ ਗਈ। ਕੋਈ ਸਟੈਂਡ ਨਹੀਂ ਸੀਗਾ ਲੱਭਦਾ ਕਿ ਕਿਸ ਪਾਸੇ ਨੂੰ ਚੱਲੀਏ, ਵੀ ਜੇ ਤੇ ਵੀ ਪਾਠੀ ਸਿੰਘਾਂ ਦੇ ਨਾਲ ਪਾਠ ਕਰੀਏ ਜਾਂ ਕੀਰਤਨ ਦਾ, ਤੇ ਕੋਈ ਪਹਿਲਾਂ ਲਹਿਜਾ ਹੀ ਨਹੀਂ ਸੀਗਾ ਕਿ ਮੈਂ ਕੀਰਤਨ ਸਿੱਖਣਾ। ਸਾਜਨ ਤੇਰੇ ਚਰਨ। ਮੈਂ ਜ਼ਿਆਦਾ ਟੋਲੀਆਂ ਦੇ ਵਿੱਚ ਰਿਹਾ ਹੀ ਨਹੀਂ, ਕਿਉਂਕਿ ਜਦੋਂ ਕੀਰਤਨ ਦਾ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਤੇ ਫਿਰ ਉਸਤਾਦ ਜੀ ਦਾ ਜੋ ਲੈਸਨ ਮਿਲਣਾ ਉਹ ਕਰਨਾ, ਆਪਣੀਆਂ ਪਾਠ ਦੀਆਂ ਡਿਊਟੀਆਂ ਕਰਨੀਆਂ, ਸਕੂਲੇ ਜਾਣਾ, ਰਾਤ ਨੂੰ ਪਾਠ ਦੀਆਂ ਡਿਊਟੀਆਂ ਕਰਨੀਆਂ, ਦਿਨੇ ਸਕੂਲ ਸਾਰਾ ਟਾਈਮ, ਫਿਰ 3 ਵਜੇ ਸਕੂਲ ਤੋਂ ਆਉਣਾ, 5 ਵਜੇ ਫਿਰ ਆਪਣੀਆਂ ਪਾਠ ਦੀਆਂ ਡਿਊਟੀਆਂ ਤੇ ਜਾਣਾ, ਵੀ 2-2 ਕਰਕੇ ਡਿਊਟੀਆਂ ਲਾਉਣੀਆਂ, ਫਿਰ ਘਰ ਦਾ ਵੀ ਨਾਲ ਕਰਨਾ ਕਿਉਂਕਿ ਘਰ 'ਚ ਗਰੀਬੀ ਜ਼ਿਆਦਾ ਤੇ ਪਿਤਾ ਜੀ ਦਾ ਜਿਹੜਾ ਸੀਗਾ ਕਿ ਉਹ ਨਸ਼ੇ ਦਾ ਦੌਰ ਜ਼ਿਆਦਾ ਸੀਗਾ। ਨਾਨਕ ਸ਼ਰਨ ਤੁਹਾਰੀਆਂ। ਪਿਤਾ ਜੀ ਦਾ ਟੈਕਸੀ ਪਹਿਲਾਂ ਡਰਾਈਵਰ ਕਿਸੇ ਦੇ ਨਾਲ ਸਨ, ਹਾਂਜੀ ਹਾਂਜੀ, ਤੇ ਫਿਰ ਚਲੋ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਤੇ ਹੁਣ ਪਿਤਾ ਜੀ ਨੂੰ ਆਪ 3-4 ਗੱਡੀਆਂ ਜਿਹੜੀਆਂ ਕਿ ਪਾ ਕੇ ਤੇ ਫਿਰ ਡਰਾਈਵਰ ਰੱਖਿਆ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਹੁਣ ਡਰਾਈਵਰੀ ਕਰਦੇ ਨੇ, ਹੁਣ ਨਸ਼ੇ ਤੋਂ ਵੀ ਰਹਿਤ ਨੇ, ਦਾੜਾ ਪ੍ਰਕਾਸ਼ ਆ। ਪਰਿਵਾਰ ਵਿੱਚ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਆ ਕਿ ਸਾਰਾ ਪਰਿਵਾਰ ਹੀ ਸਾਡਾ। ਸਾਜਨ ਤੇਰੇ ਚਰਨ ਕੀ, ਸਾਜਨ ਤੇਰੇ ਚਰਨ ਕੀ। ਬਖਸ਼ਿਸ਼ ਇੱਦਾਂ ਜੀ ਕਿ ਗੁਰੂ ਮਹਾਰਾਜ ਜੀ ਨੇ ਜਦੋਂ ਅਸੀਸਾਂ ਬਖਸ਼ੀਆਂ, ਉਸਤਾਦ ਜੀ ਦਾ ਹੱਥ ਸਿਰ ਤੇ ਹੋਇਆ, ਉਹਨਾਂ ਨੇ ਵੀ ਅਸੀਸਾਂ ਦਿੱਤੀਆਂ ਤੇ ਉਧਰੋਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ 'ਚ ਡਿਊਟੀ ਮਿਲ ਗਈ, ਪਿੰਡ 'ਚ ਮਾਣ ਵਧਿਆ, ਇਲਾਕੇ 'ਚ ਮਾਣ ਵਧਿਆ ਤੇ ਉਹਨਾਂ ਨੂੰ ਆਪ ਹੀ ਜਿੱਦਾਂ ਮਨ ਤੇ ਚੋਟ ਵੱਜੀ ਕਿ ਨਹੀਂ ਮੈਨੂੰ ਹੁਣ ਇਦਾਂ ਨਹੀਂ ਕਰਨਾ ਚਾਹੀਦਾ, ਕਿ ਅਨੇਕਾਂ ਸਟੂਡੈਂਟ ਜਿਹੜੇ ਆ ਨਾਲ ਘਰ ਵੀ ਹੁੰਦੇ ਤੇ ਉਹਨਾਂ ਦੇ ਕਰਕੇ ਫਿਰ ਉਹਨਾਂ ਨੂੰ ਵੀ ਇਹ ਲੱਗਾ ਕਿ ਨਹੀਂ ਮੈਂ ਹੁਣ ਗਲਤੀ ਕੁਛ ਕਰ ਰਿਹਾ, ਕਿ ਜਿੱਦਾਂ ਵੀ ਪਿੰਡ ਦੇ ਵਿੱਚ ਮਾਣ ਆ, ਇਲਾਕੇ ਦੇ ਵਿੱਚ ਮਾਣ ਆ, ਲੋਕੀ ਕੀ ਕਹਿਣਗੇ ਕਿ ਪੁੱਤਰ ਰਾਗੀ ਸਿੰਘ ਤੇ ਆਪ ਨਸ਼ਿਆਂ ਦੇ ਪਾਸੇ। ਨਾਨਕ ਸ਼ਰਨ ਤੁਹਾਰੀਆਂ, ਨਾਨਕ ਸ਼ਰਨ ਤੁਹਾਰੀਆਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਜੋ ਪਤਤ ਪੁਣੇ ਦੀ ਲਹਿਰ ਦੇ ਵਿੱਚ ਚੱਲੇ ਹੋਏ ਨੇ, ਔਰ ਆਉਣ ਵਾਲੇ ਜੋ ਅੱਜ ਕੱਲ੍ਹ ਦੇ ਜੋ ਕਲਾਕਾਰ ਨੇ, ਉਹ ਕਲਾਕਾਰ ਜੋ ਸਾਡੇ ਬੱਚੇ ਉਹਨਾਂ ਨੂੰ ਮੋਬਾਈਲਾਂ ਦੇ ਵਿੱਚ ਵੀ ਵੇਖਦੇ ਨੇ, ਘਰ ਦੇ ਵਿੱਚ ਲੱਗੇ ਹੋਏ TV 'ਤੇ ਦੇਖਦੇ ਨੇ, ਜਿਹੜੇ ਸੁਣਨ ਦੇ ਲਾਇਕ ਨਹੀਂ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਕੁਝ ਕਲਾਕਾਰ ਇੱਦਾਂ ਦੇ ਜਿਨ੍ਹਾਂ ਨੂੰ ਅਸੀਂ ਘਰ ਬੈਠ ਕੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਨਹੀਂ ਸਕਦੇ, ਪਰ ਅਸੀਂ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਗੁਰੂ ਘਰ ਦੇ ਉਹ ਰਾਗੀ ਜਥੇ, ਉਹ ਕੀਰਤਨੀ ਜਥੇ, ਉਹ ਛੋਟੇ ਛੋਟੇ ਜੋ ਬੱਚੇ ਅਜੇ ਸਿੱਖ ਰਹੇ ਔਰ ਨਾਲ ਦੀ ਨਾਲ ਕੀਰਤਨ ਕਰ ਵੀ ਰਹੇ ਆ, ਉਹਨਾਂ ਬੱਚਿਆਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਵਾਂਗੇ, ਉਹਨਾਂ ਰਾਗੀ ਸਿੰਘਾਂ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੂੰ ਦੇਖ ਕੇ ਆਸ ਕਰਦੇ ਹਾਂ ਕਿ ਸਾਡੇ ਬੱਚੇ ਜੋ ਪਤਿਤ ਪੁਣੇ ਦੀ ਲਹਿਰ ਵੱਲ ਤੁਰੇ ਨੇ ਉਹ ਕੁਝ ਮੋੜਾ ਪਵੇ। ਸੋ ਅਸੀਂ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਹਜੂਰੀ ਰਾਗੀ ਜਥਾ ਭਾਈ ਮਨਦੀਪ ਸਿੰਘ ਜੀ, ਜੋ ਕਿ ਰਮਦਾਸ ਦੇ ਰਹਿਣ ਵਾਲੇ ਨੇ, ਔਰ ਗੁਰਦੁਆਰਾ ਸਾਹਿਬ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ, ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਹਜੂਰੀ ਰਾਗੀ ਦੀ ਸੇਵਾ ਨਿਭਾ ਰਹੇ ਨੇ। ਭਾਈ ਮਨਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਅਸੀਂ ਨਿਰਵੈਰ TV ਤੋਂ ਇੱਕ ਲਹਿਰ ਚਲਾਈ ਹੈ ਕਿ ਜੋ ਤੁਹਾਡੇ ਵਰਗੇ ਚੜ੍ਹਦੀ ਕਲਾ ਵਾਲੇ ਨੌਜਵਾਨ ਕੀਰਤਨ ਸਿੱਖ ਕੇ ਔਰ ਸੇਵਾਵਾਂ ਨਿਭਾ ਰਹੇ ਨੇ ਵੱਖੋ ਵੱਖਰੇ ਗੁਰਦੁਆਰੇ ਸਾਹਿਬ ਦੇ ਵਿੱਚ। ਜੇਕਰ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਟੈਲੀਵਿਜ਼ਨ ਚੱਲ ਰਹੇ ਨੇ, ਹੱਥਾਂ ਦੇ ਵਿੱਚ ਮੋਬਾਈਲ ਹੈ, ਉਹਨਾਂ ਦੇ ਉੱਪਰ ਅਨੇਕਾਂ ਹੀ ਤਰ੍ਹਾਂ ਦੇ ਜੋ ਲੱਚਰ ਗਾਇਕ ਅਸੀਂ ਸੁਣਦੇ ਹਾਂ, ਔਰ ਤੁਸੀਂ ਕੀਰਤਨ ਫਿਰ ਵੀ ਅੱਜ ਕੀਰਤਨ ਕਰ ਰਹੇ ਹੋ, ਤੁਸੀਂ ਉਹ ਸਭ ਕੁਝ ਕਿਉਂਕਿ ਉਸ ਦੇ ਵਿੱਚ ਪ੍ਰਸਿੱਧੀ ਮੈਂ ਸੋਚਦਾ ਕਿ ਜ਼ਿਆਦਾ ਹੈ, ਤੁਸੀਂ ਇੱਕ ਕੀਰਤਨੀ ਹੋ, ਕੀਰਤਨੀ ਜਥਾ ਹੈ ਤੁਹਾਡਾ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ ਸੇਵਾਵਾਂ ਨਿਭਾ ਰਹੇ ਨੇ। ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਈ ਇਸ ਪਾਸੇ ਨੂੰ ਆਉਣ ਦੀ, ਕਿ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਤੁਹਾਨੂੰ ਪ੍ਰੇਰਿਤ ਕੀਤਾ ਗਿਆ ਕਿ ਇੱਕ ਰਾਗੀ ਜਥਾ, ਤੁਸੀਂ ਇੱਕ ਰਾਗੀ ਸਿੰਘ ਬਣੋ? ਨਹੀਂ, ਕੋਈ ਮਨ 'ਚ ਖਿਆਲ ਤਾਂ ਨਹੀਂ ਸੀਗਾ ਆਇਆ, ਬਟ ਘਰ ਦੀ ਗਰੀਬੀ ਦੇ ਕਾਰਨ ਸਾਡੇ ਪਰਿਵਾਰ ਦੇ ਵਿੱਚ ਮੇਰੇ ਦਾਦਾ ਜੀ ਗਿਆਨੀ ਬਖਸ਼ੀਸ਼ ਸਿੰਘ ਜੀ,
ਉਹ 2014 ਦੇ ਵਿੱਚ ਚੜ੍ਹਾਈ ਕਰ ਗਏ। ਉਹਨਾਂ ਨੇ 2008 ਦੇ ਵਿੱਚ ਹੀ ਜਿਹੜਾ ਕਿ ਉਂਗਲੀ ਫੜੀ ਸੀ। ਉਹਨਾਂ ਨੂੰ ਪਤਾ ਸੀਗਾ ਕਿ ਮੰਨ ਲਓ ਜੇ ਹੁਣ ਨਾ ਤੋਰਿਆ ਤੇ ਗਾਂ ਪਤਾ ਨਹੀਂ ਸਮੇਂ ਦਾ ਕਿਵੇਂ ਦਾ ਆ ਜੇ, ਤੇ ਇਹ ਨਾ ਹੋਵੇ ਕਿ ਪਰਿਵਾਰ ਇਦਾਂ ਹੀ ਰੁਲਦਾ ਰਵੇ। ਉਹਨਾਂ ਨੇ ਫਿਰ ਹੌਲੀ ਹੌਲੀ ਨਾਲ ਗੁਰਦੁਆਰਾ ਸਾਹਿਬ ਖੜਨਾ ਸ਼ੁਰੂ ਕੀਤਾ, ਨਾਲ ਪਾਠਾਂ ਦੀਆਂ ਡਿਊਟੀਆਂ ਕਰਨੀਆਂ ਸ਼ੁਰੂ ਕਰਤੀਆਂ। ਮੈਂ ਆਪਣੀ ਸਟੱਡੀ ਕਰਦਿਆਂ ਨਾਲ ਹੀ ਕੀਰਤਨ ਉਹਨਾਂ ਨੇ ਫਿਰ ਪ੍ਰੇਰਿਤ ਕੀਤਾ ਕਿ ਜਾਂ ਕੀਰਤਨ ਜਾਂ ਕਵੀਸ਼ਰੀ। ਤੁਸੀਂ ਕਿੰਨੀ ਉਮਰ ਦੇ ਵਿੱਚ ਨਾਲ ਅਖੰਡ ਪਾਠ ਸਾਹਿਬ ਵੀ ਕਰਦੇ ਰਹੇ ਔਰ ਨਾਲ ਕੀਰਤਨ ਵੀ ਸਿੱਖਦੇ ਰਹੇ? ਮੈਂ 2008 ਦੇ ਵਿੱਚ ਗਿਆਨੀ ਜੀ ਦੇ ਨਾਲ ਮੈਂ ਜਿਹੜਾ ਕਿ ਲੱਗ ਗਿਆ ਸੀ, ਦਾਦਾ ਜੀ ਦੇ ਉਹਨਾਂ ਕੋਲ ਸਿੱਖਿਆ, ਸੰਥਿਆ ਵੀ ਉਹਨਾਂ ਕੋਲ ਕੀਤੀ ਪਾਠ ਦੀ। ਤੇ ਉਸ ਤੋਂ ਬਾਅਦ ਉਹਨਾਂ ਨੇ 2013 ਦੇ ਕਰੀਬ ਸਾਡੇ ਪੰਥ ਦੇ ਮਹਾਨ ਕਵੀਸ਼ਰ ਭਾਈ ਕਾਬਲ ਸਿੰਘ ਜੀ ਸੋਹੀ ਸਾਹਿਬ ਉਹਨਾਂ ਦੇ ਨਾਲ ਜੋੜਿਆ। ਮੈਂ ਕਾਫੀ 2-3 ਸਾਲ ਜਿਹੜਾ ਕਿ ਭਾਈ ਸਾਹਿਬ ਜੀ ਦੇ ਨਾਲ ਉਹਨਾਂ ਕੋਲ ਕਵੀਸ਼ਰੀ ਸਿੱਖਦਾ ਰਿਹਾ। ਗਿਆਨੀ ਜੀ ਨੇ 2014 ਦੇ ਵਿੱਚ ਜਦੋਂ ਗਿਆਨੀ ਜੀ ਚੜ੍ਹਾਈ ਕਰ ਗਏ ਨੇ, ਫਿਰ ਭਾਈ ਸਾਹਿਬ ਜੀ ਕੋਲ ਹੀ ਇਹਨਾਂ ਨੇ ਮੈਨੂੰ ਕੀਰਤਨ ਦੀ ਲਹਿਰ 'ਚ ਤੋੜਿਆ, ਕਿਉਂਕਿ ਉਹ ਆਂਦੇ ਸੀਗੇ ਕਿ ਕਵੀਸ਼ਰੀ ਦਾ ਜਿਹੜਾ ਬੰਦ ਆ ਉਹ ਮੇਰੇ ਤੋਂ ਨਹੀਂ ਸੀਗਾ ਤੋਰਿਆ ਜਾਣਾ। ਕਿ ਉਹਨਾਂ ਨੇ ਫਿਰ ਭਾਈ ਸਾਹਿਬ ਜੀ ਨੇ ਦੱਸਿਆ ਕਿ ਜਿਹੜੀ ਤੇਰੀ ਆਵਾਜ਼ ਆ ਉਹ ਕੀਰਤਨ ਦੇ ਪੱਖ 'ਚ ਜ਼ਿਆਦਾ ਮਿਠਾਸਵਾਰ ਹੋਊਗੀ, ਤੇ ਭਾਜੀ ਉਹਨਾਂ ਨੇ ਫਿਰ ਕੀਰਤਨ ਵਾਲੇ ਪਾਸੇ ਨੂੰ ਤੋਰਿਆ। ਹਾਂਜੀ ਹਾਂਜੀ। ਹੁਣ ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ? ਸਾਡੇ ਪਿਤਾ ਜੀ ਨੇ, ਮਾਤਾ ਜੀ ਨੇ, ਹੋਰ ਦਾਦਾ ਜੀ ਤੇ 2014 ਵਿੱਚ ਚੜ੍ਹਾਈ ਕਰ ਗਏ ਸਨ। ਹਾਂਜੀ ਹਾਂਜੀ। ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ, ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਆਪਾਂ ਜਿੱਥੇ ਬੈਠੇ ਹਾਂ, ਬਹੁਤ ਸਾਰੇ ਨੌਜਵਾਨ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਆ, ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਆ, ਆਪਣੀਆਂ ਜਾਇਦਾਦਾਂ ਵੇਚ ਚੁੱਕੇ ਆ। ਤੁਸੀਂ ਇੱਕ ਗੁਰੂ ਘਰ ਦੇ ਕੀਰਤਨੀਏ ਹੋ ਔਰ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਦਾਦਾ ਜੀ ਵੱਲੋਂ ਹੀ ਤੁਹਾਨੂੰ ਇਸ ਪਾਸੇ ਤੋਰਿਆ ਗਿਆ। ਅੱਜ ਕੀ ਸੋਚਦੇ ਹੋ, ਤੁਹਾਡੇ ਪਰਿਵਾਰ ਦੀ ਕੀ ਸੋਚਦੇ ਕਿ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋ? ਹਾਂਜੀ ਹਾਂਜੀ, ਬਹੁਤ ਜ਼ਿਆਦਾ। ਇਹ ਆ ਕਿ ਜਿੰਨਾ ਸੰਗਤ ਨੇ ਮਾਣ ਬਖਸ਼ਿਆ, ਗੁਰੂ ਸਾਹਿਬ ਜੀ ਦੀਆਂ ਅਸੀਸਾਂ ਇੰਨੀਆਂ ਸਿਰ 'ਤੇ ਹੋਈਆਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ 'ਚ ਡਿਊਟੀ, ਮੈਂ ਆਪਣੇ ਆਪ ਨੂੰ ਬੜੇ ਵੱਡਾ ਭਾਗਾਂ ਵਾਲਾ ਵੀ ਸਮਝਦਾ ਹਾਂ ਕਿ ਪਾਤਸ਼ਾਹ ਜੀ ਦੇ ਦਰਬਾਰ 'ਚ ਡਿਊਟੀ ਕਰਨ ਡਿਆ। ਹਾਂਜੀ ਹਾਂਜੀ। ਤੇ ਤੁਹਾਡੇ ਨਾਲ ਜਿਵੇਂ ਕੁਝ ਇਹੋ ਜਿਹੇ ਵੀ ਨੌਜਵਾਨ ਹੋਣਗੇ ਜਿਨ੍ਹਾਂ ਨੇ ਕੇਸ ਕਟਵਾਏ ਆ, ਉਹ ਵੀ ਤੁਹਾਨੂੰ ਕਿਤੇ ਮਿਲਦੇ ਹੋਣਗੇ। ਜਦੋਂ ਸ਼ੁਰੂਆਤ ਦੌਰਾਨ ਦੇ ਵਿੱਚ ਤੁਹਾਨੂੰ ਕਦੀ ਇਹੋ ਜਿਹੀ ਦਿੱਕਤ ਨਹੀਂ ਆਈ ਕਿ ਤੁਸੀਂ ਕੀਰਤਨ ਨਹੀਂ ਸਿੱਖਣਾ, ਜਾਂ ਕੋਈ ਹੋਰ ਮਨ ਦੇ ਵਿੱਚ ਉਹਨਾਂ ਬੱਚਿਆਂ ਵੱਲ ਵੇਖ ਕੇ ਵਿਚਾਰ ਆਇਆ ਹੋਵੇ ਕਿ ਆਪਾਂ ਵੀ ਉਸ ਲਹਿਰ ਵੱਲ ਤੁਰੀਏ? ਹਾਂਜੀ, ਜਦੋਂ 2014 ਦੇ ਵਿੱਚ ਗਿਆਨੀ ਜੀ ਦੀ ਡੈਥ ਹੋ ਗਈ ਆ, ਤੇ ਫਿਰ ਜਿਵੇਂ ਕਿ ਇੱਕ ਅਕਾਲੀ ਜਿਹੜੀ ਆ ਉਹ ਰਾਤ ਆ ਉਹ ਇੱਕ ਹਿਸਾਬ ਦੀ ਆ ਗਈ ਕਿ ਕੋਈ ਸਟੈਂਡ ਨਹੀਂ ਸੀਗਾ ਲੱਭਦਾ ਕਿ ਕਿਸ ਪਾਸੇ ਨੂੰ ਚੱਲੀਏ। ਵੀ ਜੇ ਤੇ ਵੀ ਪਾਠੀ ਸਿੰਘਾਂ ਦੇ ਨਾਲ ਪਾਠ ਕਰੀਏ ਜਾਂ ਕੀਰਤਨ ਦਾ, ਤੇ ਕੋਈ ਪਹਿਲਾਂ ਲਹਿਜਾ ਹੀ ਨਹੀਂ ਸੀਗਾ ਕਿ ਮੈਂ ਕੀਰਤਨ ਸਿੱਖਣਾ। ਹਾਂਜੀ। ਤੇ ਸਾਡੇ ਕਾਬਲ ਸਿੰਘ ਜੀ ਭਾਈ ਸਾਹਿਬ ਜੀ ਨੇ, ਉਹਨਾਂ ਨੇ ਫਿਰ ਸਾਡੇ ਪਿੰਡ ਦੇ ਮੁਖਤਾਰ ਸਿੰਘ ਜੀ ਰਾਗੀ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਫਿਰ ਭਾਈ ਸਾਹਿਬ ਜੀ ਮੁਖਤਾਰ ਸਿੰਘ ਜੀ ਹੋਣਾ ਨੇ ਸਾਨੂੰ ਉਸਤਾਦ ਜੀ ਦੇ ਨਾਲ ਮਿਲਾਤਾ, ਤੇ ਫਿਰ ਮੈਂ ਉਸਤਾਦ ਜੀ ਕੋਲ ਸਿੱਖਿਆ ਪ੍ਰਾਪਤ ਕੀਤੀ ਸਾਰੀ। ਮਤਲਬ ਕੋਈ ਇਹੋ ਜਿਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਮੌਕਾ ਦੇਖਣ ਨੂੰ ਨਹੀਂ ਮਿਲਿਆ ਕਿ ਜਿਹੜੇ ਤੁਹਾਨੂੰ, ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਪਤਤ ਪੁਣੇ ਵੱਲ ਖਿੱਚਦੇ, ਕੋਈ ਇੱਦਾਂ ਦੇ ਤੁਹਾਨੂੰ ਕੋਈ ਸੰਗਤ ਨਹੀਂ ਮਿਲੀ ਜੀ? ਨਹੀਂ, ਉਹ ਤੋਂ ਬਾਅਦ ਜਦੋਂ ਮੈਂ ਭਾਈ ਸਾਹਿਬ ਜੀ ਹੋਣਾ ਦੇ ਨਾਲ ਵਿਚਰਨਾ, ਮੈਂ ਜ਼ਿਆਦਾਤਰ ਇਹ ਪਤਤ ਪੁਣੇ ਵਾਲੇ ਪਾਸੇ ਜਾਂ ਇਹੋ ਜਿਹੇ ਮੁੰਡਿਆਂ ਦੇ ਨਾਲ, ਮੈਂ ਜ਼ਿਆਦਾ ਟੋਲੀਆਂ ਦੇ ਵਿੱਚ ਰਿਹਾ ਹੀ ਨਹੀਂ, ਕਿਉਂਕਿ ਜਦੋਂ ਕੀਰਤਨ ਦਾ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਤੇ ਫਿਰ ਉਸਤਾਦ ਜੀ ਦਾ ਜੋ ਲੈਸਨ ਮਿਲਣਾ ਉਹ ਕਰਨਾ, ਆਪਣੀਆਂ ਪਾਠ ਦੀਆਂ ਡਿਊਟੀਆਂ ਕਰਨੀਆਂ, ਸਕੂਲੇ ਜਾਣਾ, ਰਾਤ ਨੂੰ ਪਾਠ ਦੀਆਂ ਡਿਊਟੀਆਂ ਕਰਨੀਆਂ, ਦਿਨੇ ਸਕੂਲ ਸਾਰਾ ਟਾਈਮ, ਫਿਰ 3 ਵਜੇ ਸਕੂਲ ਤੋਂ ਆਉਣਾ, 5 ਵਜੇ ਫਿਰ ਆਪਣੀਆਂ ਪਾਠ ਦੀਆਂ ਡਿਊਟੀਆਂ 'ਤੇ ਜਾਣਾ, ਵੀ 2-2 ਕਰਕੇ ਡਿਊਟੀਆਂ ਲਾਉਣੀਆਂ, ਫਿਰ ਘਰ ਦਾ ਵੀ ਨਾਲ ਕਰਨਾ ਕਿਉਂਕਿ ਘਰ 'ਚ ਗਰੀਬੀ ਜ਼ਿਆਦਾ, ਤੇ ਪਿਤਾ ਜੀ ਦਾ ਜਿਹੜਾ ਸੀਗਾ ਕਿ ਉਹ ਨਸ਼ੇ ਦਾ ਦੌਰ ਜ਼ਿਆਦਾ ਸੀ ਉਦੋਂ, ਤੇ ਉਸ ਕਰਕੇ ਫਿਰ ਇਸ ਪਾਸੇ ਨੂੰ ਨਹੀਂ ਮਨ ਵੱਜਾ ਤੇ ਨਾ ਹੀ ਇੱਧਰ ਨੂੰ ਮੂੰਹ ਕੀਤਾ। ਹੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ? ਪਿਤਾ ਜੀ ਦਾ ਟੈਕਸੀ ਪਹਿਲਾਂ ਡਰਾਈਵਰ ਕਿਸੇ ਦੇ ਨਾਲ ਸਨ। ਹਾਂਜੀ ਹਾਂਜੀ। ਤੇ ਫਿਰ ਚਲੋ ਮਹਾਰਾਜ ਜੀ ਨੇ ਕਿਰਪਾ ਕੀਤੀ ਆ, ਤੇ ਹੁਣ ਪਿਤਾ ਜੀ ਨੂੰ ਆਪ 3-4 ਗੱਡੀਆਂ ਜਿਹੜੀਆਂ ਕਿ ਪਾ ਕੇ ਤੇ ਫਿਰ ਡਰਾਈਵਰ ਰੱਖਿਆ, ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਹੁਣ ਡਰਾਈਵਰੀ ਕਰਦੇ ਨੇ, ਹੁਣ ਨਸ਼ੇ ਤੋਂ ਵੀ ਰਹਿਤ ਨੇ, ਦਾੜਾ ਪ੍ਰਕਾਸ਼ ਆ। ਪਰਿਵਾਰ ਵਿੱਚ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਆ ਕਿ ਸਾਰਾ ਪਰਿਵਾਰ ਹੀ ਸਾਡਾ ਚੜ੍ਹਦੀ ਕਲਾ ਦਾ।
ਤੁਸੀਂ ਕੀ ਸੋਚਦੇ ਹੋ ਕਿ ਜਿਵੇਂ ਤੁਹਾਡੇ ਪਿਤਾ ਜੀ ਪਹਿਲਾਂ ਤੁਸੀਂ ਦੱਸਿਆ ਕਿ ਨਸ਼ਾ ਕਰਦੇ ਸੀ, ਹੁਣ ਨਸ਼ੇ ਤੋਂ ਰਹਿਤ ਹੈ, ਗੁਰੂ ਸਾਹਿਬ ਦੀਆਂ ਅਨੇਕਾਂ ਬਖਸ਼ਿਸ਼ਾਂ ਵਰਤੀਆਂ, ਕਿਹੜਾ ਐਸਾ ਕੌਤਕ ਵਰਤਿਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਵੇਂ ਪਿਤਾ ਜੀ ਨਸ਼ਾ ਕਰਦੇ ਛੱਡ ਕੇ ਹੁਣ ਗੁਰੂ ਸਾਹਿਬ ਜੀ ਦੇ ਭਾਗ ਲੱਗੇ ਨੇ, ਕੀ ਸੋਚਦੇ ਹੋ ਕਿ ਕਿਹੜੀ ਬਖਸ਼ਿਸ਼ ਵਰਤੀ ਹੈ? ਬਖਸ਼ਿਸ਼ ਇੱਦਾਂ ਜੀ ਕਿ ਗੁਰੂ ਮਹਾਰਾਜ ਜੀ ਨੇ ਜਦੋਂ ਅਸੀਸਾਂ ਬਖਸ਼ੀਆਂ, ਉਸਤਾਦ ਜੀ ਦਾ ਹੱਥ ਸਿਰ ਤੇ ਹੋਇਆ, ਉਹਨਾਂ ਨੇ ਵੀ ਅਸੀਸਾਂ ਦਿੱਤੀਆਂ। ਤੇ ਉਧਰੋਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ 'ਚ ਡਿਊਟੀ ਮਿਲ ਗਈ, ਪਿੰਡ 'ਚ ਮਾਣ ਵਧਿਆ, ਇਲਾਕੇ 'ਚ ਮਾਣ ਵਧਿਆ। ਤੇ ਉਹਨਾਂ ਨੂੰ ਆਪ ਹੀ ਜਿੱਦਾਂ ਮਨ 'ਤੇ ਚੋਟ ਵੱਜੀ ਕਿ ਨਹੀਂ, ਮੈਨੂੰ ਹੁਣ ਇੱਦਾਂ ਨਹੀਂ ਕਰਨਾ ਚਾਹੀਦਾ, ਕਿ ਅਨੇਕਾਂ ਸਟੂਡੈਂਟ ਜਿਹੜੇ ਆ ਆਪਣੇ ਪੇਰੈਂਟਸ ਦੇ ਨਾਲ ਘਰ ਵੀ ਆਉਂਦੇ, ਤੇ ਉਹਨਾਂ ਦੇ ਕਰਕੇ ਫਿਰ ਉਹਨਾਂ ਨੂੰ ਵੀ ਇਹ ਲੱਗਾ ਕਿ ਨਹੀਂ, ਮੈਂ ਹੁਣ ਗਲਤੀ ਕੁਛ ਕਰ ਰਿਹਾ, ਕਿ ਜਿੱਦਾਂ ਵੀ ਪਿੰਡ ਦੇ ਵਿੱਚ ਮਾਣ ਆ, ਇਲਾਕੇ ਦੇ ਵਿੱਚ ਮਾਣ ਆ, ਲੋਕੀ ਕੀ ਕਹਿਣਗੇ ਕਿ ਪੁੱਤਰ ਰਾਗੀ ਸਿੰਘ ਤੇ ਆਪ ਨਸ਼ਿਆਂ ਵਾਲੇ ਪਾਸੇ। ਫਿਰ ਉਹਨਾਂ ਨੇ ਇਹ ਚੀਜ਼ ਛੱਡਤੀ। ਚਲੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਮਤਲਬ ਤੁਹਾਡੇ ਜੋ ਪਿਤਾ ਜੀ ਆ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਉਹ ਅੱਜ ਇੱਕ ਨਵੀਂ ਜ਼ਿੰਦਗੀ ਜੀਓ ਰਹੇ। ਹਾਂਜੀ ਹਾਂਜੀ। ਹੋਰਾਂ ਜਿਵੇਂ ਤੁਸੀਂ ਗੱਲ ਕਰਿਆ ਕਿ ਇਲਾਕੇ ਦੇ ਵਿੱਚ ਤੁਹਾਡਾ ਮਾਣ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਤਿਕਾਰ ਹੈ, ਤੁਸੀਂ ਜਿਵੇਂ ਜਦੋਂ ਉਹਨਾਂ ਨੌਜਵਾਨਾਂ ਵੱਲ ਦੇਖਦੇ ਹੋ ਜਿਹੜੇ ਪਤਿਤ ਹੋਏ ਨੇ, ਕੁਝ ਤੁਹਾਡੇ ਨਾਲ ਪੜ੍ਹਦੇ ਵੀ ਰਹੇ ਹੋਣਗੇ, ਕਦੀ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਵੀ ਗੁਰੂ ਘਰ ਦੇ ਨਾਲ ਜੁੜੋ ਔਰ ਅੰਮ੍ਰਿਤਧਾਰੀ ਹੋ ਕੇ ਆਪਣਾ ਜੀਵਨ ਬਤੀਤ ਕਰੋ? ਹਾਂਜੀ, ਮੇਰੇ ਨਾਲ ਮੇਰੇ ਜੋ ਕਲਾਸਮੇਟ ਵੀਰ ਸਨ, 3-4 ਵੀਰ ਸਨ, ਤੇ ਅਸੀਂ ਸਕੂਲ 'ਚ ਵੀ ਕਵਿਤਾਵਾਂ ਪੜ੍ਹਨੀਆਂ, ਜਾਂ ਵੀ ਉਦੋਂ ਕੀਰਤਨ ਨਹੀਂ ਸੀਗੇ ਕਰਦੇ, ਤੇ ਕਵਿਤਾਵਾਂ ਪੜ੍ਹਨੀਆਂ, ਜਾਂ ਉੱਦਾਂ ਹੀ ਕਿਸੇ ਰਾਗੀ ਸਿੰਘ ਦਾ, ਹਰਜਿੰਦਰ ਸਿੰਘ ਜੀ ਦਾ, ਸ਼੍ਰੀਨਗਰ ਵਾਲਿਆਂ ਜੀ ਦਾ, ਉਹਨਾਂ ਦੇ ਸ਼ਬਦ, ਜਾਂ ਹੋਰ ਕੋਈ ਟਿਊਨਾਂ ਐਸੀਆਂ ਸਕੂਲ ਦੇ ਵਿੱਚ ਕਵਿਤਾਵਾਂ ਜਾਂ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ, ਤਾਂ ਅਸੀਂ ਸ਼ਬਦ ਇੱਦਾਂ ਹੀ ਪੜ੍ਹਨੇ। ਤੇ ਉਹ ਵੀਰ ਸਾਡੇ ਨਾਲ ਚੱਲੇ। ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਫੌਜ 'ਚ ਭਰਤੀ ਹੋ ਗਏ, ਤੇ ਮੈਂ ਹੀ ਇਕੱਲਾ ਫਿਰ ਇਸ ਲਹਿ ਵੱਲ ਨੂੰ ਤੁਰਿਆ, ਤੇ ਬਾਕੀ ਵੀਰ ਮੇਰੇ ਜਿਹੜੇ ਨਾਲ ਦੇ ਨੇ ਕਲਾਸਮੇਟ, ਉਹ ਫੌਜੀ ਨੇ। ਜੇਕਰ ਆਪਾਂ ਅੰਤ ਸਮੇਂ 'ਚ ਇੱਕੋ ਗੱਲ ਕਰਨੀ ਹੈ ਕਿ ਜੋ ਅਨੇਕਾਂ ਹੀ ਨੌਜਵਾਨ ਵੀ ਤੁਹਾਨੂੰ ਦੇਖ ਰਹੇ ਹੋਣਗੇ, ਤੁਹਾਡੇ ਇਲਾਕੇ ਦੇ ਵੀ ਤੁਹਾਨੂੰ ਦੇਖ ਰਹੇ, ਕੋਈ ਇਹੋ ਜਿਹਾ ਕੋਈ ਗੱਲ ਕਰਨੀ ਚਾਹੁੰਦੇ ਹੋ ਕਿ ਜੋ ਅੱਜ ਦੇ ਬਹੁਤ ਸਾਰੇ ਗਾਇਕ, ਜਿਵੇਂ ਆਪਾਂ ਪਹਿਲਾਂ ਵੀ ਆਪਣਾ ਮੇਨ ਮੁੱਦਾ ਹੀ ਇਹੀ ਹੈ ਕਿ ਜਿਹੜੇ ਅਨੇਕਾਂ ਹੀ ਗਾਇਕਾਂ ਦੇ ਵੱਲ, ਉਹਨਾਂ ਗਾਇਕਾਂ ਵੱਲ ਸਾਡੇ ਬੱਚੇ ਜਾ ਰਹੇ ਨੇ ਜਿਹੜੇ ਸਾਡੇ ਬੱਚਿਆਂ ਨੂੰ ਉਹ ਗਲਤ ਚੀਜ਼ਾਂ ਪਰੋਸ ਰਹੇ ਨੇ, ਕਿ ਬੱਚੇ ਸਾਡੇ ਅਸਲ ਜ਼ਿੰਦਗੀ ਨੂੰ, ਗੁਰਮਤ ਨੂੰ ਛੱਡ ਕੇ ਲਿਓਂ ਜੋ ਉਲਟ ਜਾ ਰਹੇ ਨੇ, ਉਹਨਾਂ ਨੌਜਵਾਨਾਂ ਵਾਸਤੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੇਰਾ ਤੇ ਸਾਰੀ ਸਿੱਖ ਕੌਮ ਨੂੰ ਇਹੀ ਸੰਦੇਸ਼ ਆ ਕਿ ਸਮਾਂ ਵੀ ਜਿਹੜਾ ਕਿ ਅੱਜ ਕੱਲ੍ਹ ਬੜਾ ਭਿਆਨਕ ਆ, ਆਪ ਜੀ ਨੂੰ ਪਤਾ, ਤੇ ਸਾਡੇ ਜਿੰਨੇ ਵੀ ਪਰਿਵਾਰ, ਗੁਰਸਿੱਖ ਪਰਿਵਾਰ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਆਪਣੇ ਜਿੰਨੇ ਵੀ ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਉਹਨਾਂ ਨੂੰ ਕੀਰਤਨ ਵਾਲੇ ਪਾਸੇ ਪਾਉਣ, ਕਵਿਸ਼ਰੀ ਵਾਲੇ ਪਾਸੇ ਪਾਉਣ, ਢਾਡੀ ਵਾਲੇ ਪਾਸੇ ਪਾਉਣ, ਭਾਵ ਕਿ ਗੁਰਮਤਿ ਦਾ ਪ੍ਰਸਾਰ ਹੋਵੇ ਸਾਰਾ ਹੀ। ਹਾਂਜੀ ਹਾਂਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸੰਗਤ ਜੀ, ਜੋ ਸਾਡਾ ਅਸਲ ਮਨੋਰਥ ਹੈ, ਨਿਰਵੈਰ ਟੀਵੀ ਦਾ ਅਸਲ ਮਨੋਰਥ ਇਹੀ ਹੈ ਕਿ ਜੋ ਇੱਦਾਂ ਦੇ ਗੁਰਸਿੱਖ ਨੌਜਵਾਨ ਨੇ ਜਿਨ੍ਹਾਂ ਨੇ ਮਿਹਨਤ ਕੀਤੀ, ਸ੍ਰੀ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਂਦੇ ਰਹੇ ਔਰ ਨਾਲ ਦੀ ਨਾਲ ਕੀਰਤਨ ਸਿੱਖਿਆ, ਔਰ ਅੱਜ ਕੀਰਤਨ ਦੀ ਬਦੌਲਤ ਇਹਨਾਂ ਵੱਲ ਦੇਖ ਕੇ ਇਹਨਾਂ ਦੇ ਪਿਤਾ ਜੀ ਜੋ ਕਦੇ ਪਹਿਲਾਂ ਨਸ਼ਾ ਕਰਦੇ ਸੀ, ਅੱਜ ਉਹ ਵੀ ਇੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਬਣੇ ਨੇ। ਸਾਡਾ ਮਨੋਰਥ ਇਹੀ ਹੈ ਕਿ ਜੋ ਇਹੋ ਜਿਹੇ ਬੱਚਿਆਂ ਨੂੰ ਦੇਖ ਕੇ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਕੁਝ ਸਿੱਖਣ ਦੀ ਕੋਸ਼ਿਸ਼ ਕਰੇ ਔਰ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅੱਛਾ ਕਰੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।